ਵਿਜ਼ਨ ਪੰਜਾਬ ਗੌਰਮੈਂਟ ਜੌਬ ਚੈਨਲਸ ਦੇਖ ਰਹੇ ਮੇਰੇ ਸਾਰੇ ਵੀਅਰਸ ਨੂੰ ਸਤਿ ਸ੍ਰੀ ਅਕਾਲ। ਅੱਜ ਮੈਂ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ਾ ਲੈ ਕੇ ਆਇਆ ਹਾਂ, ਜਿਸ ਦਾ ਨਾਮ ਹੈ ਪੰਜਾਬ PCS ਦੀ ਤਿਆਰੀ ਕਿਸ ਤਰ੍ਹਾਂ ਕਰੀਏ। ਇਸ ਵਿੱਚ ਤੁਹਾਨੂੰ ਇਹ ਦੱਸਿਆ ਜਾਵੇਗਾ ਕਿ ਪੰਜਾਬ PCS ਆਫਿਸਰ ਬਣਨ ਦੇ ਲਈ 0 ਤੋਂ ਐਂਡ ਤੱਕ ਲੈ ਕੇ ਕੀ ਪ੍ਰੋਸੀਜਰ ਹੈ, ਕੀ ਏਜ ਦੀ ਐਲੀਜੀਬਿਲਟੀ ਹੈ, ਕੀ ਏਜ ਲਿਮਿਟ ਹੈ, ਸਾਰਾ ਕੁਝ ਇਹਦੇ ਵਿੱਚ ਵਿਸਥਾਰ ਸਹਿਤ ਦੱਸਿਆ ਜਾਵੇਗਾ। ਤਾਂ ਚੱਲਦੇ ਹਾਂ ਜੀ, ਪੰਜਾਬ PCS ਦੀ ਤਿਆਰੀ ਕਿਸ ਤਰ੍ਹਾਂ। ਪੰਜਾਬ PCS ਦੇ ਵਿੱਚ ਦੋ ਤਰ੍ਹਾਂ ਦੀਆਂ ਪੋਸਟਾਂ ਹੁੰਦੀਆਂ ਹਨ ਬੇਸਿਕਲੀ। ਪਹਿਲੀ ਹੁੰਦੀ ਹੈ ਐਡਮਿਨਿਸਟ੍ਰੇਟਰ PCS ਅਤੇ ਦੂਸਰੀ ਹੁੰਦੀ ਹੈ PPS, ਜਿਹਨੂੰ ਕਿ ਪੰਜਾਬ ਪੁਲਿਸ ਸਰਵਿਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਜੇਕਰ ਇਸ ਵਿੱਚ ਐਡਮਿਨਿਸਟ੍ਰੇਟਰ PCS ਦੀ ਗੱਲ ਕਰੀਏ ਤਾਂ ਇਸ ਦੇ ਵਿੱਚ SDM ਦੀਆਂ ਪੋਸਟਾਂ ਹੁੰਦੀਆਂ ਹਨ, ਤਹਿਸੀਲਦਾਰ, ਫੂਡ ਸਪਲਾਈ ਆਫਿਸਰ, BDPO ਜਿਹਨੂੰ ਬਲਾਕ ਡਿਵੈਲਪਮੈਂਟ ਐਂਡ ਪੰਚਾਇਤ ਆਫਿਸਰ ਕਹਿੰਦੇ ਹਨ, ETO ਇੰਪਲੋਇਮੈਂਟ ਟ੍ਰੇਨਿੰਗ ਆਫਿਸਰ, ਲੇਬਰ ਆਫਿਸਰ, ਐਸਿਸਟੈਂਟ ਰਜਿਸਟਰਾਰ ਕੋਆਪਰੇਟਿਵ ਸੁਸਾਇਟੀਜ਼। ਇਸ ਤਰ੍ਹਾਂ ਦੀਆਂ ਜੋ ਪੋਸਟਾਂ ਹਨ ਇਹ PCS ਦੇ ਵਿੱਚ ਆਉਂਦੀਆਂ ਹਨ। ਤਾਂ ਜੇਕਰ ਆਪਾਂ PPSC ਦੀ ਗੱਲ ਕਰੀਏ, ਪੰਜਾਬ ਪੁਲਿਸ ਸਰਵਿਸ ਦੀ, ਤਾਂ ਇਸ ਵਿੱਚ ਦੋ ਤਰ੍ਹਾਂ ਦੀਆਂ ਪੋਸਟਾਂ ਹੁੰਦੀਆਂ ਹਨ। ਇੱਕ DSP ਪੰਜਾਬ ਪੁਲਿਸ ਅਤੇ ਦੂਸਰੀ ਹੁੰਦੀ ਹੈ DSP ਜੇਲਸ, ਜਾਂ ਕਹਿ ਸਕਦੇ ਹਾਂ ਕਿ ਡਿਸਟ੍ਰਿਕਟ ਪ੍ਰੋਬੇਸ਼ਨ ਆਫਿਸਰ। ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਇਸ ਦੀ ਕੁਆਲੀਫਿਕੇਸ਼ਨ ਕੀ ਹੈ, ਐਜੂਕੇਸ਼ਨ ਕੁਆਲੀਫਿਕੇਸ਼ਨ। ਤਾਂ ਜੋ ਇਸ ਦੇ ਵਿੱਚ ਕੁਆਲੀਫਿਕੇਸ਼ਨ ਹੈ ਉਹ ਬੈਚਲਰ ਡਿਗਰੀ ਦਿਖਾਈ ਗਈ ਹੈ। ਬੈਚਲਰ ਡਿਗਰੀ ਇਨ ਐਨੀ ਡਿਸਿਪਲਿਨ, ਕਿਸੇ ਵੀ ਡਿਸਿਪਲਿਨ ਦੇ ਵਿੱਚ ਬੈਚਲਰ ਡਿਗਰੀ ਕੀਤੀ ਹੋਣੀ ਚਾਹੀਦੀ ਹੈ ਰਿਕਗਨਾਈਜ਼ਡ ਯੂਨੀਵਰਸਿਟੀ ਤੋਂ। ਤਾਂ ਇਸ ਦੇ ਵਿੱਚ ਇਹ ਵੀ ਹੈ ਕਿ ਕੋਈ ਕੰਪਲਸਰੀ ਨਹੀਂ ਹੈ ਕਿ ਤੁਸੀਂ ਕਿੰਨੇ % ਨੰਬਰਾਂ ਦੇ ਨਾਲ ਜੋ ਹੈ ਉਹ ਗ੍ਰੈਜੂਏਸ਼ਨ ਜਿਹੜੀ ਆ ਕੰਪਲੀਟ ਕੀਤੀ ਆ। ਸੈਕਿੰਡ ਕੰਡੀਸ਼ਨ ਆ ਕਿ ਜਿਹੜੀ ਤੁਹਾਡੀ 10th ਕਲਾਸ ਐਗਜ਼ਾਮ ਆ ਉਹਦੇ ਵਿੱਚ ਪੰਜਾਬੀ ਵਿਸ਼ਾ ਜਿਹੜਾ ਵਾ, ਭਾਵੇਂ ਉਹ ਕੰਪਲਸਰੀ ਹੋਵੇ ਜਾਂ ਇਲੈਕਟਿਵ ਹੋਵੇ, ਉਹ ਜ਼ਰੂਰ ਪਾਸ ਕੀਤਾ ਹੋਣਾ ਚਾਹੀਦਾ। ਨੈਕਸਟ ਜੇ ਆਪਾਂ ਏਜ ਲਿਮਿਟ ਦੀ ਗੱਲ ਕਰੀਏ ਤਾਂ ਏਜ ਲਿਮਿਟ ਦੇ ਵਿੱਚ ਜਿਹੜੀ ਜਰਨਲ ਦੀ ਏਜ ਲਿਮਿਟ ਹੈ ਉਹ ਹੈ 21 ਤੋਂ 37 ਸਾਲ। ਤਾਂ ਜੇਕਰ ਆਪਾਂ PPSC ਦੀ ਗੱਲ ਕਰੀਏ, ਪੰਜਾਬ ਪੁਲਿਸ ਸਰਵਿਸ ਦੀ, ਤਾਂ ਉਸ ਦੇ ਵਿੱਚ ਏਜ ਲਿਮਿਟ ਜੋ ਹੈ ਉਹ ਹੈ 21 ਤੋਂ 28 ਸਾਲ। ਇਸੇ ਤਰ੍ਹਾਂ ਜੇ SC BC ਕੈਟਾਗਰੀ ਦੀ ਗੱਲ ਕਰੀਏ, ਜਨਰਲ ਪੋਸਟਾਂ ਵਾਸਤੇ ਉਸ ਦੀ ਏਜ ਲਿਮਿਟ ਹੈ 21 ਤੋਂ 42 ਸਾਲ। ਅਤੇ ਇਸੇ ਤਰ੍ਹਾਂ ਜੇ PPSC ਦੀ ਗੱਲ ਕਰੀਏ ਤਾਂ ਉਸ ਦੀ ਏਜ ਲਿਮਿਟ ਹੈ 21 ਤੋਂ 33 ਸਾਲ। ਇਸ ਤੋਂ ਬਾਅਦ ਜੇਕਰ ਆਪਾਂ ਸਟੇਟ ਜਾਂ ਸੈਂਟਰ ਗੌਰਮੈਂਟ ਦੇ ਜਿਹੜੇ EMPLOYEES ਹਨ ਉਹਨਾਂ ਦੀ ਗੱਲ ਕਰੀਏ ਤਾਂ ਉਹ ਜਨਰਲ ਪੋਸਟਾਂ ਵਾਸਤੇ 21 ਤੋਂ 45 ਸਾਲ ਤੱਕ ਜਿਹੜਾ ਉਹ ਅਪਲਾਈ ਕਰ ਸਕਦੇ ਹਨ। ਅਤੇ PPSC ਵਾਸਤੇ ਕੋਈ ਰਿਲੈਕਸੇਸ਼ਨ ਨਹੀਂ ਹੈ, ਕਹਿਣ ਦਾ ਭਾਵ ਕਿ ਉਸ ਦੀ ਜੋ ਏਜ ਲਿਮਿਟ ਹੈ ਉਹ 21 ਤੋਂ 28 ਸਾਲ ਹੀ ਹੈ ਸਟੇਟ ਅਤੇ ਸੈਂਟਰ ਗੌਰਮੈਂਟ EMPLOYEES ਦੇ ਲਈ ਵੀ। ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਵਿਡੋਜ਼ ਡਿਵੋਰਸਡ ਵੂਮੈਨਸ, ਉਹਨਾਂ ਵਾਸਤੇ ਏਜ ਲਿਮਿਟ ਜੋ ਹੈ ਉਹ ਹੈ 21 ਤੋਂ 42 ਸਾਲ। ਤਾਂ PPSC ਦੇ ਵਿੱਚ ਵੀ ਕੋਈ ਏਜ ਲਿਮਿਟ ਨਹੀਂ ਹੈ ਕੈਟਾਗਰੀ ਦੇ ਲਈ। ਇਸ ਤੋਂ ਬਾਅਦ ਫਿਜ਼ੀਕਲੀ ਹੈਂਡੀਕੈਪਡ ਦੀ ਜੇਕਰ ਗੱਲ ਕਰੀਏ ਤਾਂ ਉਸ ਵਿੱਚ ਏਜ ਲਿਮਿਟ 21 ਤੋਂ 47 ਸਾਲ ਹੈ। PPSC ਦੀਆਂ ਪੋਸਟਾਂ ਵਾਸਤੇ ਕੋਈ ਏਜ ਰਿਲੈਕਸੇਸ਼ਨ ਨਹੀਂ ਹੈ, ਕਹਿਣ ਦਾ ਭਾਵ ਕਿ 21 ਤੋਂ 28 ਸਾਲ ਤੱਕ ਜੋ ਹੈ ਉਹ ਅਪਲਾਈ ਕਰ ਸਕਦੇ ਹਨ। ਨੈਕਸਟ ਜੇਕਰ ਆਪਾਂ ਨੰਬਰ ਆਫ ਅਟੈਂਪਟਸ ਦੀ ਗੱਲ ਕਰੀਏ ਤਾਂ ਇਸ ਵਿੱਚ ਜਰਨਲ ਕੈਟਾਗਰੀਜ਼ ਜਿਹੜੇ ਹਨ ਉਹਨਾਂ ਵਾਸਤੇ 6 ਅਟੈਂਪਟਸ ਹਨ। ਜੇਕਰ ਆਪਾਂ ਬੈਕਵਰਡ ਕਲਾਸ ਦੀ ਗੱਲ ਕਰੀਏ ਤਾਂ 9 ਅਟੈਂਪਟਸ ਜੋ ਹੈ ਉਹ ਦੇ ਸਕਦੇ ਹਨ। ਜੇਕਰ ਆਪਾਂ ਸ਼ਡਿਊਲ ਕਲਾਸ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਾਸਤੇ ਨੰਬਰ ਆਫ ਚਾਂਸਸ ਜੋ ਹਨ ਉਹ ਅਨਲਿਮਿਟਡ ਹਨ। ਇਹ 'ਚ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜੇਕਰ ਆਪਾਂ ਪ੍ਰੀਲਿਮਸ ਐਗਜ਼ਾਮ ਦੇ ਵਿੱਚ ਅਪੀਅਰ ਹੁੰਦੇ ਹਾਂ ਤਾਂ ਉਹ ਆਪਣਾ ਇੱਕ ਅਟੈਂਪਟ ਮੰਨਿਆ ਜਾਵੇਗਾ, ਭਾਵੇਂ ਉਸ ਵਿੱਚ ਆਪਾਂ ਪਾਸ ਹੁੰਦੇ ਹਾਂ ਜਾਂ ਫੇਲ ਹੁੰਦੇ ਹਾਂ, ਜਾਂ ਉਸ ਤੋਂ ਬਾਅਦ ਆਪਾਂ ਮੇਨ ਐਗਜ਼ਾਮ ਦਿੰਦੇ ਹਾਂ ਜਾਂ ਨਹੀਂ ਦਿੰਦੇ ਹਾਂ। ਜੇਕਰ ਆਪਾਂ ਇੱਕ ਵਾਰ ਐਗਜ਼ਾਮ ਦੇ ਪ੍ਰੀ ਐਗਜ਼ਾਮ ਦੇ ਵਿੱਚ ਆਪਾਂ ਅਪੀਅਰ ਹੋ ਗਏ ਤਾਂ ਉਹ ਇੱਕ ਅਟੈਂਪਟ ਮੰਨਿਆ ਜਾਵੇਗਾ। ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਇਸ ਦੇ ਐਗਜ਼ਾਮਸ ਦੀ ਸਟੈਪਸ ਦੀ ਤਾਂ ਉਹ ਹੈ 3 ਸਟੈਪਸ ਹੁੰਦੇ ਹਨ। ਸਭ ਤੋਂ ਪਹਿਲਾ ਜੋ ਹੈ ਉਹ ਹੈ ਪ੍ਰੀਲਿਮਸ ਐਗਜ਼ਾਮ, ਸੈਕਿੰਡ ਹੈ ਮੇਨ ਐਗਜ਼ਾਮ, ਥਰਡ ਹੈ ਇੰਟਰਵਿਊ। ਜੇਕਰ ਆਪਾਂ ਪ੍ਰੀਲਿਮ ਐਗਜ਼ਾਮ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਕੀ ਹੈ ਕਿ 2 ਪੇਪਰਸ ਹੁੰਦੇ ਹਨ। ਉਸ ਦੇ ਵਿੱਚ ਪਹਿਲਾ ਹੈ ਜਨਰਲ ਸਟੱਡੀ ਦਾ ਪੇਪਰ, ਉਸ ਵਿੱਚ ਕੀ ਹੈ ਜਨਰਲ ਸਾਇੰਸ ਆਉਂਦੀ ਹੈ, EVS ਜਿਹਨੂੰ ਇਨਵਾਇਰਮੈਂਟਲ ਸਟੱਡੀਜ਼ ਕਹਿੰਦੇ ਹਨ, ਪੋਲੀਟੀਕਲ ਥਿਊਰੀ ਆਉਂਦੀ ਹੈ ਐਂਡ ਇੰਟਰਨੈਸ਼ਨਲ ਰਿਲੇਸ਼ਨਸ ਆਉਂਦੇ ਹਨ।
ਇੰਡੀਅਨ ਪੋਲਿਟੀ ਆਉਂਦੀ ਹੈ, ਹਿਸਟਰੀ ਆਫ ਇੰਡੀਆ, ਵਰਲਡ ਹਿਸਟਰੀ, ਇੰਡੀਅਨ ਇਕੋਨਮੀ, ਜੀਓਗ੍ਰਾਫੀ ਐਂਡ ਕਰੰਟ ਇਵੈਂਟਸ ਆਉਂਦੇ ਹਨ। ਇਸ ਤੋਂ ਇਲਾਵਾ ਜੀਓਗ੍ਰਾਫੀ, ਹਿਸਟੋਰੀ ਐਂਡ ਇਕੋਨਮੀ ਆਫ ਪੰਜਾਬ ਜੋ ਹੈ ਉਹ ਆਉਂਦੇ ਹਨ ਇਸ ਦੇ ਵਿੱਚ। ਤਾਂ ਇੱਥੇ ਕੀ ਹੈ ਕਿ ਇਹ ਜੋ ਪੇਪਰ ਹੈ ਇਸ ਦੇ ਨੰਬਰ ਆਫ ਕੁਐਸਚਨਸ ਹੁੰਦੇ ਹਨ 100। ਟੋਟਲ ਜੋ ਇੱਕ ਕੁਐਸਚਨ ਦੇ ਜੋ ਮਾਰਕਸ ਹੁੰਦੇ ਹਨ ਉਹ ਹੁੰਦੇ ਹਨ 2 ਮਾਰਕਸ। ਤਾਂ ਇਸ ਤਰ੍ਹਾਂ ਜੇਕਰ ਆਪਾਂ ਦੇਖੀਏ ਤਾਂ ਟੋਟਲ 200 ਮਾਰਕਸ ਦਾ ਜੋ ਹੈ ਇਹ ਪੇਪਰ ਬਣਦਾ ਹੈ। ਇਸ ਤੋਂ ਬਾਅਦ ਜੇਕਰ ਆਪਾਂ ਸੈਕਿੰਡ ਪੇਪਰ ਦੀ ਗੱਲ ਕਰੀਏ ਤਾਂ ਸੈਕਿੰਡ ਪੇਪਰ ਦੇ ਵਿੱਚ ਕੀ ਹੈ ਕਿ ਉਹ ਹੈ ਸਿਵਲ ਸਰਵਿਸ ਐਪਟੀਟਿਊਡ ਟੈਸਟ, ਜਿਹਨੂੰ CSAT ਦਾ ਪੇਪਰ ਵੀ ਕਹਿੰਦੇ ਹਨ। ਇਸ ਵਿੱਚ ਕੀ ਹਨ, ਇਸ ਵਿੱਚ ਰੀਡਿੰਗ ਕੰਪਰੀਹੈਂਸ਼ਨ ਆਉਂਦਾ ਹੈ, ਇੰਗਲਿਸ਼ ਅਤੇ ਪੰਜਾਬੀ ਲੈਂਗੁਏਜ ਦੋਨਾਂ ਦੇ ਵਿੱਚ ਹੀ। ਇਸ ਤੋਂ ਇਲਾਵਾ ਇਸ ਵਿੱਚ ਜੋ ਗ੍ਰਾਮਰ ਹੈ ਇੰਗਲਿਸ਼ ਦੀ ਅਤੇ ਪੰਜਾਬੀ ਦੀ ਉਹ ਵੀ ਆਉਂਦੀ ਹੈ, ਲੌਜੀਕਲ ਰੀਜ਼ਨਿੰਗ ਉਹ ਵੀ ਆਉਂਦੀ ਹੈ, ਮੈਂਟਲ ਐਬਿਲਿਟੀ, ਕੁਆਂਟੀਟਿਵ ਐਪਟੀਟਿਊਡ, ਡਾਟਾ ਐਨਾਲਾਈਸਿਸ ਜਿਹਦੇ ਵਿੱਚ ਚਾਰਟਸ, ਟੇਬਲਸ, ਸਪਰੈਡਸ਼ੀਟ ਵਗੈਰਾ ਆਉਂਦੀਆਂ ਹਨ। ਤਾਂ ਇਹਦੇ ਵਿੱਚ ਕੀ ਹੈ ਕਿ ਜਿਹੜੇ ਨੰਬਰ ਆਫ ਕੁਐਸਚਨਸ ਹਨ ਉਹ ਇਹਦੇ ਵਿੱਚ 80 ਕੁਐਸਚਨਸ ਜੋ ਹੈ ਉਹ ਆਉਂਦੇ ਹਨ ਅਤੇ ਹਰੇਕ ਕੁਐਸਚਨ ਜੋ ਹੈ ਉਹ 2.5 ਮਾਰਕਸ ਦਾ ਹੈ। ਜੇਕਰ ਆਪਾਂ ਕਹਿ ਲਈਏ ਕਿ ਟੋਟਲ ਜੋ ਹੈ ਉਹ ਇਹ ਪੇਪਰ ਵੀ 100 ਮਾਰਕਸ ਦਾ ਹੈ। ਪਰ ਇੱਥੇ ਕੀ ਹੈ ਕਿ ਇਸ ਪੇਪਰ ਦੀ ਵੇਟੇਜ ਜਿਹੜੀ ਆ ਉਹ ਜ਼ਿਆਦਾ ਮੰਨੀ ਜਾਂਦੀ ਆ, ਕਿਉਂਕਿ ਜਿਹੜੇ ਮੈਥ ਦੇ ਨਾਲ ਸੰਬੰਧਿਤ ਸਟੂਡੈਂਟਸ ਹੈ ਉਹਨਾਂ ਨੂੰ ਇਸ ਪੇਪਰ ਦੇ ਵਿੱਚ ਬਹੁਤ ਹੀ ਜ਼ਿਆਦਾ ਫਾਇਦਾ ਹੁੰਦਾ ਹੈ। ਸੋ ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜਾ ਸੈਕਿੰਡ ਪੇਪਰ ਹੈ ਉਸ ਦੇ ਵਿੱਚ ਜਿਹੜੀ ਆਪਣੀ ਸਿਲੈਕਸ਼ਨ ਹੈ ਉਸ ਨੂੰ ਬਰਕਰਾਰ ਰੱਖਣ ਦੇ ਲਈ ਵੱਧ ਤੋਂ ਵੱਧ ਇਸ ਪੇਪਰ ਦੇ ਵਿੱਚ ਮਿਹਨਤ ਕੀਤੀ ਜਾਵੇ। ਨੈਕਸਟ ਜੇਕਰ ਆਪਾਂ ਗੱਲ ਕਰੀਏ ਪ੍ਰੋਸੀਜਰ ਕੀ ਹੈ ਇਹਦਾ, ਇਸ ਦੇ ਵਿੱਚ ਕੀ ਹੈ ਕਿ ਇਹਦੇ ਵਿੱਚ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੈ, ਨੋ ਨੈਗੇਟਿਵ ਮਾਰਕਿੰਗ। ਅਤੇ ਦੋਨੇ ਜੋ ਪੇਪਰਸ ਹਨ ਉਹ ਆਬਜੈਕਟਿਵ ਟਾਈਪ ਦੇ ਆਉਂਦੇ ਹਨ। ਕਹਿੰਦਾ ਪਾ ਕਿ MCQ ਕੁਐਸਚਨ ਆਉਂਦੇ ਹਨ, 4 ਆਪਸ਼ਨਸ ਹੁੰਦੀਆਂ ਹਨ ਅਤੇ ਆਪਾਂ ਇੱਕ ਨੂੰ ਸਰਕਲ ਕਰਨਾ ਹੁੰਦਾ ਹੈ। ਅਤੇ ਜੇ ਆਪਾਂ ਐਗਜ਼ਾਮ ਦੇ ਡਿਊਰੇਸ਼ਨ ਦੀ ਗੱਲ ਕਰੀਏ ਤਾਂ ਉਹ 2 ਆਵਰਸ ਦਾ ਪੇਪਰ ਹੁੰਦਾ ਹੈ। ਨੈਕਸਟ ਜੇਕਰ ਆਪਾਂ ਗੱਲ ਕਰੀਏ ਜਿਹੜੇ ਇਸ ਦੇ ਵਿੱਚ ਪ੍ਰੀਲਿਮਸ ਦੇ ਵਿੱਚ ਜਿਹੜੇ ਆ ਉਹ ਸਟੂਡੈਂਟਸ ਜਿਹੜੇ ਆ ਕੁਆਲੀਫਾਈ ਹੁੰਦੇ ਆ, ਜਿੰਨੀਆਂ ਨੰਬਰ ਆਫ ਪੋਸਟ ਆ ਉਸ ਤੋਂ 13 ਗੁਣਾ ਜ਼ਿਆਦਾ ਜਿਹੜੇ ਆ ਉਹ ਮੇਨ ਐਗਜ਼ਾਮਸ ਦੇ ਵਾਸਤੇ ਜਿਹੜੇ ਕੈਂਡੀਡੇਟ ਆ ਉਹ ਬੁਲਾਏ ਜਾਂਦੇ ਆ। ਮੇਨ ਐਗਜ਼ਾਮਸ ਦੇ ਵਿੱਚ ਕੀ ਆ ਕਿ ਸਭ ਤੋਂ ਪਹਿਲਾਂ ਪੰਜਾਬੀ ਦਾ ਪੇਪਰ ਹੁੰਦਾ ਵਾ, ਜਿਹਦੇ ਵਿੱਚ ਕਿ ਕੀ ਆ ਕਿ +2 ਲੈਵਲ ਦੀ ਜਿਹੜੀ ਆ ਪੰਜਾਬੀ ਉਹ ਆਉਂਦੀ ਆ ਅਤੇ 100 ਨੰਬਰ ਦਾ ਕੁਐਸਚਨ ਜਿਹੜੇ ਆ 100 ਨੰਬਰ ਦਾ ਪੇਪਰ ਹੁੰਦਾ ਵਾ। ਸੈਕਿੰਡ ਜਿਹੜਾ ਵਾ ਉਹ ਕੀ ਆ ਕਿ ਇੰਗਲਿਸ਼ ਕੰਪਲਸਰੀ ਇੰਗਲਿਸ਼ ਦਾ ਪੇਪਰ ਹੁੰਦਾ ਵਾ, ਜਿਹੜਾ ਕਿ +2 ਸਟੈਂਡਰਡ ਦਾ ਹੁੰਦਾ। ਇਹਦੇ ਵਿੱਚ ਵੀ 100 ਮਾਰਕਸ ਹੁੰਦੇ ਆ। ਉਸ ਤੋਂ ਬਾਅਦ ਜੇਕਰ ਆਪਾਂ ਐਸੇ ਦੀ ਗੱਲ ਕਰੀਏ ਤਾਂ ਐਸੇ ਜਿਹੜਾ ਹੈ ਥਰਡ ਪੇਪਰ ਆ ਅਤੇ ਇਹ 150 ਮਾਰਕਸ ਦਾ ਹੈ। ਐਸੇ ਜਿਹੜਾ ਇਹ ਤੁਹਾਡੇ ਕੋਲ ਆਪਸ਼ਨਲ ਹੁੰਦੀ ਹੈ ਕਿ ਤੁਸੀਂ ਕਿਹੜੀ ਲੈਂਗੁਏਜ ਦੇ ਵਿੱਚ ਐਸੇ ਲਿਖਣਾ ਚਾਹੁੰਦੇ ਆ। ਪੰਜਾਬੀ ਦੇ ਵਿੱਚ ਵੀ ਤੁਸੀਂ ਐਸੇ ਲਿਖ ਸਕਦੇ ਆ ਅਤੇ ਇੰਗਲਿਸ਼ ਦੇ ਵਿੱਚ ਵੀ ਲਿਖੇ ਜਾ ਸਕਦੇ ਆ। ਇਹ ਤੁਹਾਨੂੰ ਜਿਹੜਾ ਮੇਨ ਦਾ ਜਿਹੜਾ ਫਾਰਮ ਆ ਜਦੋਂ ਤੁਸੀਂ ਪ੍ਰੀਲਿਮ ਐਗਜ਼ਾਮ ਕਲੀਅਰ ਕਰ ਲੈਂਦੇ ਆ ਉਸ ਤੋਂ ਬਾਅਦ ਇੱਕ ਮੇਨ ਦਾ ਫਾਰਮ ਭਰਦਾ ਵਾ, ਉਹਦੇ ਵਿੱਚ ਤੁਹਾਨੂੰ ਇਹ ਐਸੇ ਲਿਖਣ ਦੀ ਜਿਹੜੀ ਆ ਉਹ ਆਪਸ਼ਨ ਪੁੱਛੀ ਜਾਂਦੀ ਹੈ ਕਿ ਕਿਹੜੀ ਲੈਂਗੁਏਜ ਦੇ ਵਿੱਚ ਤੁਸੀਂ ਜਿਹੜਾ ਵਾ ਉਹ ਐਸੇ ਲਿਖਣਾ ਚਾਹੁੰਦੇ ਆ। ਉਸ ਤੋਂ ਬਾਅਦ ਜਿਹੜਾ ਚੌਥਾ ਪੇਪਰ ਹੁੰਦਾ ਉਹਨੂੰ ਜਨਰਲ ਸਟੱਡੀ ਪੇਪਰ 1 ਕਹਿੰਦੇ ਆ, ਜਿਹਦੇ ਵਿੱਚ ਹਿਸਟਰੀ, ਜੀਓਗ੍ਰਾਫੀ ਅਤੇ ਸੋਸਾਇਟੀ ਜਿਹੜਾ ਪਾਰਟ ਆ ਉਹ ਕਵਰ ਕੀਤਾ ਜਾਂਦਾ ਅਤੇ 250 ਮਾਰਕਸ ਦਾ ਜਿਹੜਾ ਵਾ ਉਹ ਪੇਪਰ ਹੁੰਦਾ ਵਾ। ਉਸ ਤੋਂ ਬਾਅਦ ਜੇਕਰ ਆਪਾਂ ਪੰਜਵੇਂ ਪੇਪਰ ਦੀ ਗੱਲ ਕਰੀਏ ਤਾਂ ਜਨਰਲ ਸਟੱਡੀ ਪੇਪਰ 2, ਜਿਸ ਦੇ ਵਿੱਚ ਇੰਡੀਅਨ ਕੌਨਸਟੀਟਿਊਸ਼ਨ, ਪੋਲਿਟੀ, ਗਵਰਨੈਂਸ ਐਂਡ ਇੰਟਰਨੈਸ਼ਨਲ ਰਿਲੇਸ਼ਨ ਜਿਹੜਾ ਵਾ ਉਹ ਟੌਪਿਕ ਆਉਂਦੇ ਆ ਅਤੇ ਇਹ ਵੀ 250 ਮਾਰਕਸ ਦਾ ਪੇਪਰ ਹੁੰਦਾ ਵਾ। ਉਸ ਤੋਂ ਬਾਅਦ ਜੇਕਰ ਆਪਾਂ 6ਵੇਂ ਪੇਪਰ ਦੀ ਗੱਲ ਕਰੀਏ ਤਾਂ ਇਹ ਕੀ ਹੈ ਜਨਰਲ ਸਟੱਡੀ ਪੇਪਰ 3 ਹੁੰਦਾ, ਜਿਹਦੇ ਵਿੱਚ ਇਕਨੋਮਿਕਸ, ਸਟੈਟਿਕਸ ਐਂਡ ਸਿਕਿਉਰਿਟੀ ਇਸ਼ੂਜ਼ ਜਿਹੜੇ ਆ ਉਹ ਆਉਂਦੇ ਆ ਅਤੇ ਇਹ ਵੀ 250 ਮਾਰਕਸ ਦਾ ਜਿਹੜਾ ਵਾ ਉਹ ਪੇਪਰ ਹੁੰਦਾ ਵਾ। ਉਸ ਤੋਂ ਬਾਅਦ ਜੇਕਰ ਆਪਾਂ 7ਵੇਂ ਪੇਪਰ ਦੀ ਗੱਲ ਕਰੀਏ ਤਾਂ ਉਹ ਜਨਰਲ ਸਟੱਡੀ ਪੇਪਰ 4 ਹੁੰਦਾ ਵਾ, ਜਿਹਦੇ ਵਿੱਚ ਸਾਇੰਸ ਐਂਡ ਟੈਕਨੋਲੋਜੀ, ਇਨਵਾਇਰਮੈਂਟ, ਪ੍ਰੋਬਲਮ ਸੋਲਵਿੰਗ ਐਂਡ ਡਿਸੀਜ਼ਨ ਮੇਕਿੰਗ, ਇਹ ਵੀ ਜੋ ਪੇਪਰ ਆ ਉਹ 250 ਮਾਰਕਸ ਦਾ ਹੁੰਦਾ। ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਇੰਟਰਵਿਊ ਦੀ ਤਾਂ ਉਹ ਹੁੰਦੀ ਆ 150 ਮਾਰਕਸ ਦੀ ਇੰਟਰਵਿਊ ਹੁੰਦੀ ਆ।
ਇਸ ਦੇ ਵਿੱਚ ਕੀ ਆ ਕਿ ਇਹ ਸਾਰੇ ਜਿਹੜੇ ਆ ਇਹਨਾਂ ਚੋਂ ਕੋਈ ਵੀ ਕੁਆਲੀਫਾਈਂਗ ਇਨ ਨੇਚਰ ਨਹੀਂ ਹੁੰਦਾ ਐਗਜ਼ਾਮ। ਸਾਰਿਆਂ ਦੇ ਜੋ ਮਾਰਕਸ ਆ ਉਹ ਕਾਊਂਟ ਹੁੰਦੇ ਆ। ਜਿਵੇਂ ਕਿ IAS ਦੇ ਵਿੱਚ ਜਿਹੜੇ ਪੰਜਾਬੀ ਅਤੇ ਇੰਗਲਿਸ਼ ਪੇਪਰ ਜਿਹੜਾ ਵਾ ਉਹ ਆਪਣੇ ਕੋਲ ਸਿਰਫ ਕੁਆਲੀਫਾਈਂਗ ਹੁੰਦਾ ਵਾ, ਆਪਾਂ ਉਹਨਾਂ ਨੂੰ ਸਿਰਫ ਕੁਆਲੀਫਾਈ ਕਰਨਾ ਹੁੰਦਾ ਵਾ। ਪਰ ਪੰਜਾਬ PCS ਦੇ ਵਿੱਚ ਕੀ ਆ ਕਿ ਸਾਰੇ ਜਿਹੜੇ ਪੇਪਰ ਆ ਉਹਨਾਂ ਦੀ ਰਲ ਕੇ ਮੈਰਿਟ ਬਣਦੀ ਆ। ਮੈਰਿਟ ਬਣਨ ਤੋਂ ਬਾਅਦ ਜਿਹੜਾ ਵਾ ਇੰਟਰਵਿਊ ਦੇ ਮਾਰਕਸ ਵੀ ਉਹਦੇ ਵਿੱਚ ਜੋੜੇ ਜਾਂਦੇ ਆ। ਟੋਟਲ 1500 ਨੰਬਰ ਦਾ ਜਿਹੜਾ ਪੇਪਰ ਹੁੰਦਾ ਵਾ, ਜਿਹਦੇ ਵਿੱਚ ਕਿ ਅਕੋਰਡਿੰਗ ਟੂ ਮੈਰਿਟ ਜਿਹੜੀ ਆ ਉਹ ਸਿਲੈਕਸ਼ਨ ਹੁੰਦੀ ਆ। ਅਤੇ ਇਸ ਦੇ ਵਿੱਚ ਕੀ ਆ ਕਿ ਜਿੰਨੇ ਵੀ ਕੈਂਡੀਡੇਟ ਜਿਹੜੇ ਆ ਮੇਨ ਐਗਜ਼ਾਮ ਦਿੰਦੇ ਆ, ਜਿੰਨੀਆਂ ਪੋਸਟਾਂ ਹੁੰਦੀਆਂ ਵਾ ਉਹਦੇ 3 ਗੁਣਾ ਜਿਹੜੇ ਕੈਂਡੀਡੇਟ ਆ ਉਹ ਸਿਲੈਕਟ ਕੀਤੇ ਜਾਂਦੇ ਆ ਇੰਟਰਵਿਊ ਦੇ ਲਈ। ਆਪਾਂ ਮੰਨ ਲਈਏ ਕਿ 100 ਪੋਸਟਾਂ ਵਾ ਅਤੇ 300 ਕੈਂਡੀਡੇਟ ਜਿਹੜਾ ਵਾ ਉਹ ਇੰਟਰਵਿਊ ਲਈ ਬੁਲਾਇਆ ਜਾਊਗਾ ਅਤੇ 300 ਕੈਂਡੀਡੇਟ ਦੀ ਇੰਟਰਵਿਊ ਤੋਂ ਬਾਅਦ ਫਾਈਨਲੀ ਜਿਹੜੀ ਆ ਮੈਰਿਟ ਬਣਦੀ ਆ। ਉਹਦੇ ਵਿੱਚੋਂ ਜਿਹੜੇ ਫਸਟਲੀ ਕੈਟਾਗਰੀ ਵਾਈਜ਼ 100 ਜਿਹੜੇ ਕੈਂਡੀਡੇਟ ਹੁੰਦੇ ਆ ਉਹਨਾਂ ਦੀ ਪੰਜਾਬ PCS ਵਾਸਤੇ ਜਿਹੜੀ ਆ ਉਹ ਸਿਲੈਕਸ਼ਨ ਹੁੰਦੀ ਆ। ਅਤੇ ਪੰਜਾਬ PCS ਦਾ ਆਈ ਹੋਪ ਕਿ ਤੁਸੀਂ ਪ੍ਰੋਸੀਜਰਸ ਜਾਣ ਹੀ ਗਏ ਹੋਵੋਗੇ ਕਿ ਕਿਸ ਤਰ੍ਹਾਂ ਤਿਆਰੀ ਹੁੰਦੀ ਆ। ਅਗਲੀ ਵੀਡੀਓ ਜਿਹੜੀ ਮੈਂ ਲੈ ਕੇ ਆ ਰਿਹਾ ਹਾਂ ਉਹ ਤੁਹਾਡੇ ਵਾਸਤੇ ਲੈ ਕੇ ਆ ਰਿਹਾ ਕਿ ਕਿਹੜੇ ਪੇਪਰ ਵਾਸਤੇ ਕਿਹੜੀਆਂ ਬੁੱਕਸ ਜਿਹੜੀਆਂ ਵਾ ਉਹ ਪੜ੍ਹੀਆਂ ਜਾ ਸਕਣ, ਤਾਂ ਕਿ ਜਿਹੜਾ ਪੇਪਰ ਆ ਉਹ ਥੋੜ੍ਹੇ ਸਮੇਂ ਦੇ ਵਿੱਚ ਜਿਹੜਾ ਵਾ ਉਹ ਕਰੈਕ ਹੋ ਸਕੇ। ਤਾਂ ਇਹਨਾਂ ਮੈਂ ਕਹਿੰਦਾ ਆ, ਮੈਂ ਇਹੀ ਕਹਾਂਗਾ ਕਿ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ, ਤਾਂ ਕਿ ਮੈਂ ਜਿਹੜੀਆਂ ਹੋਰ ਵੀ ਤੁਹਾਡੇ ਵਾਸਤੇ ਮੋਟੀਵੇਸ਼ਨਲ ਵੀਡੀਓਜ਼ ਜਿਹੜੀਆਂ ਵਾ ਉਹ ਲੈ ਕੇ ਆਵਾਂ। ਧੰਨਵਾਦ।